ਇੱਕ ਓੰਕਾਰ सतगुर प्रसाद। रूप गोविंद का, राज खालसे का, सिक्का सोने का। ਸਮਰਪਣ ਖਾਲਸਾ ਪੰਥ ਦੇ 300 ਸਾਲਾ ਸਿਰਜਣਾ ਦਿਵਸ ਤੇ ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ ਅਤੇ ਦੇਸ਼ ਕੌਮ ਦੀ ਖਾਤਰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਭ ਕਾ ਸਿਮਰਨ ਸਭ ਤੇ ਊਚਾ, सब हक राखवे हन। रूप गोबिंद का, राज खालसे का, सिक्का सोने का। बाय भाई रामा सिंह जी। एडिटर हरजिंदर सिंह मंडेर। कवर डिज़ाइन बाय भाई प्रेम सिंह रायकामो। पब्लिशर भाई रामा सिंह जी। 328 लेडी मार्गरेट रोड, साउथ हाल, मिडेक्स, UB 1 2 NH UK। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਮਨ ਮੀਤਾ। ਪਰਮੇਸ਼ਰ ਆਰਾਧੀਐ, ਜਿਦੂ ਹੋਈਐ ਪਤਿਤ ਪੁਨੀਤਾ। ਸੁਖ ਨਾਹੀ ਰੇ ਹਰ ਭਗਤ ਬਿਨਾ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਪੰਨਾ ਨੰਬਰ 210। ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਬਿਸਾਰੀ। ਗੌੜੀ ਗੁਆਰਰੀ ਮਹੱਲਾ ਪਹਿਲਾ, ਪੰਨਾ ਨੰਬਰ 222। ਵਤ ਲਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਤਿਸੈ ਪ੍ਰਾਪਤ ਨਾਨਕਾ, ਜਿਸਨੋ ਲਿਖਿਆ ਆਏ। ਸ਼ਲੋਕ ਮਹੱਲਾ ਪੰਜਵਾਂ, ਪੰਨਾ ਨੰਬਰ 321। ਸਾਈ ਨਾਮ ਅਮੋਲ, ਕੀਮ ਨ ਕੋਈ ਜਾਣ ਦੋ। ਜਿਨਾ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਣ ਦੋ। ਸੀਰੀ ਰਾਗ ਮਹੱਲਾ ਪੰਜਵਾਂ, ਪੰਨਾ ਨੰਬਰ 81। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਜਪੋ ਅਵਰਾ ਨਾਮ ਜਪਾਵੋ, ਸਤਿਗੁਰੂ ਇਹ ਮਤ ਦੀਨੀ। ਸਾਧ ਸੰਗ ਮਿਲ ਨਾਮ ਧਿਆਵੋ, ਛੂਟ ਗਈ ਆਵਨ ਜਾਨੀ। ਸਵੈ ਜੀਵਨੀ ਭਾਈ ਰਾਮਾ ਸਿੰਘ ਜੀ। ਜਨਮ 1930। ਪਿਤਾ ਦਾ ਨਾਮ ਵੈਦ ਚੰਦਰਪਾਲ, ਮਾਤਾ ਦਾ ਨਾਮ ਬੀਬੀ ਲక్ష్ਮੀ ਦੇਵੀ। ਭੈਣ ਭਰਾ, ਇੱਕ ਭਰਾ, 2 ਭੈਣਾਂ। ਪੜ੍ਹਾਈ 8ਵੀਂ ਪਾਸ। ਪਿੰਡ ਛੜਿਆਵਲੀ, ਜ਼ਿਲ੍ਹਾ ਅਲੀਗੜ੍ਹ UP। ਭਾਈ ਰਾਮਾ ਸਿੰਘ ਜੀ ਦੀ ਸ਼ਖਸੀਅਤ। ਪੰਜਾਬ ਟਾਈਮਜ਼ ਇੰਟਰਨੈਸ਼ਨਲ, ਡਰਬੀ UK ਦੇ ਮੁੱਖ ਸੰਪਾਦਕ ਹਰਜਿੰਦਰ ਸਿੰਘ ਮੰਡੇਰ ਕਹਿੰਦੇ ਹਨ, ਭਾਈ ਰਾਮਾ ਸਿੰਘ ਜੀ ਨੂੰ ਕੁਝ ਸਾਲਾਂ ਤੋਂ ਇੱਥੇ ਇੰਗਲੈਂਡ ਵਿੱਚ ਵਿਚਰਦਿਆਂ ਦੇਖਦਾ ਸਾਂ, ਪਰੰਤੂ ਇਹਨਾਂ ਦੇ ਜੀਵਨ ਬਾਰੇ ਬਹੁਤਾ ਕੁਝ ਪਤਾ ਨਾ ਹੋਣ ਕਰਕੇ ਕਦੀ ਖਿਆਲ ਨਹੀਂ ਆਇਆ ਸੀ ਕਿ ਭਾਈ ਸਾਹਿਬ ਦਾ ਜੀਵਨ ਇੱਕ ਤੁਰਿਆ ਫਿਰਦਾ UK ਦੇ ਸਿੱਖਾਂ ਦਾ ਇਤਿਹਾਸ ਹੈ। ਇਹਨਾਂ ਦੇ ਅਨੁਭਵ ਅਤੇ ਜੀਵਨ ਜਾਂਚ ਜਦੋਂ ਇਹਨਾਂ ਦੀ ਲਿਖੀ ਹੋਈ ਪੁਸਤਕ ਵਿੱਚੋਂ ਪੜ੍ਹੇ ਤਾਂ ਇਹਨਾਂ ਦੀ ਇੱਕ ਅਦੁੱਤੀ ਸ਼ਖਸੀਅਤ ਦਾ ਪ੍ਰਭਾਵ ਮਨ 'ਤੇ ਪੈਣੋਂ ਨਾ ਰਹਿ ਸਕਿਆ। ਆਮ ਵਿਅਕਤੀ ਦੇ ਮਨ 'ਚ ਕਈ ਤਰ੍ਹਾਂ ਦੇ ਵਿਕਾਰ, ਉਣਤਾਈਆਂ ਤੇ ਢਿਲਮਟ ਹੋਇਆ ਕਰਦੀ ਹੈ। ਜਦੋਂ ਇਹ ਕਿਤਾਬ ਮੈਂ ਐਡਿਟ ਕਰ ਰਿਹਾ ਸਾਂ ਤਾਂ ਨਾਲੋਂ ਨਾਲ ਆਪਾ ਪੜਚੋਲ ਦਾ ਸਮਾਂ ਵੀ ਲੱਗਦਾ ਰਿਹਾ। ਭਾਈ ਸਾਹਿਬ ਨੇ ਆਪਣੀ ਪੁਸਤਕ ਵਿੱਚ ਸਿੱਖੀ ਜੀਵਨ ਦੀ ਜੋ ਰੂਪ-ਰੇਖਾ ਉਲੀਕੀ ਹੈ, ਜਿਵੇਂ ਗੁਰਸਿੱਖਾਂ ਦੇ ਜੀਵਨ ਦਾ ਵਰਣਨ ਕੀਤਾ ਹੈ, ਉਸ ਨੂੰ ਪੜ੍ਹ ਕੇ ਇੱਕ ਸਧਾਰਨ ਵਿਅਕਤੀ ਜ਼ਰੂਰ ਹੀ ਸਿੱਖ ਬਣਨ ਲਈ ਉਤਾਵਲਾ ਹੋ ਜਾਵੇਗਾ। ਹਾਂ, ਇਹ ਗੱਲ ਵੱਖਰੀ ਹੈ ਕਿ ਚੰਦਨ ਕੇ ਨਿਕਟੇ ਬਸੇ, ਬਾਸ ਸੁਗੰਧ ਨਾ ਹੋਏ। ਵਰਗਾ ਮਨ ਪੱਥਰ ਦੀ ਤਰ੍ਹਾਂ ਦਰਿਆ ਵਿੱਚ ਰਹਿ ਕੇ ਅੰਦਰੋਂ ਸੁੱਕਾ ਰਹਿ ਸਕਦਾ ਹੈ, ਵਰਨਾ ਇਹ ਕਦੇ ਨਹੀਂ ਹੋ ਸਕਦਾ ਕਿ ਇਹ ਕਿਤਾਬ ਪੜ੍ਹ ਕੇ
ਕਿਸੇ ਦੇ ਅੰਦਰੋਂ ਇੱਕ ਹੁਲਾਰਾ ਨਾ ਆਵੇ ਤੇ ਉਹਦਾ ਮਨ ਸਿੱਖੀ ਜੀਵਨ ਅਪਣਾਉਣ ਤੋਂ ਗੁਰੇਜ਼ ਕਰੇ। ਇਹ ਗੱਲ ਵੱਖਰੀ ਹੈ ਕਿ ਕੁਝ ਇੱਕ ਘਟਨਾਵਾਂ ਇੱਕ ਵੱਖਰੀ ਕਿਸਮ ਦੇ ਲੋਕਾਂ ਨੂੰ ਅਤੀ ਕਥਨੀ ਜਾਪਣ, ਪਰੰਤੂ ਅਨੁਭਵੀ ਵਿਅਕਤੀ ਅਤੇ ਆਤਮਿਕ ਸੂਝ-ਬੂਝ ਰੱਖਣ ਵਾਲੇ ਵਿਅਕਤੀ ਲਈ ਇਹ ਵਾਕਿਆ ਹੀ ਆਨੰਦਮਈ ਹਨ। ਪੁਸਤਕ ਦਾ ਆਖਰੀ ਤੇ ਚੌਥਾ ਭਾਗ ਭਾਈ ਰਾਮਾ ਸਿੰਘ ਜੀ ਵੱਲੋਂ ਖਾਲਸਾ ਰਾਜ ਦੀ ਪ੍ਰਾਪਤੀ ਅਤੇ ਇਸ ਦੀ ਵਿਚਿੱਤਰ ਰੂਪ ਰੇਖਾ ਦਾ ਇੱਕ ਅਦੁੱਤੀ ਨਮੂਨਾ ਹੈ। ਇਸ ਕਿਤਾਬ ਦਾ ਮੁੱਖ ਉਦੇਸ਼ ਸਿੱਖਾਂ ਨੂੰ ਗੁਰੂ ਉਪਦੇਸ਼ ਦ੍ਰਿੜ ਕਰਾਉਣਾ ਅਤੇ ਗੁਰਮਤਿ ਨਾਲ ਜੋੜਨਾ ਹੋ ਨਿਬੜਦਾ ਹੈ। ਇਹ ਸਤਿਗੁਰੂ ਦੀ ਸੱਚੀ ਸਾਖੀ, ਨਾ ਮੈਂ ਮਨੋ ਬਣਾਈ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਦਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਜਦ ਵਿਸਾਖੀ ਆਵੇ ਸਤਿਗੁਰ ਨੈਣ ਨੀਰ ਪਰ ਆਵੇ। ਡੋਲੇ ਨੈਣਾ ਪ੍ਰੀਤਮ ਕੇ ਦੁਆਰੇ ਕਬ ਪ੍ਰੀਤਮ ਕਰ ਆਵੇ। ਜਿਸ ਕਾਰਨ ਮੈਂ ਤਪੀ ਰਸੋਈ ਪ੍ਰੀਤਮ ਨਜ਼ਰ ਨਾ ਆਵੇ। ਨੈਣਾ ਸੇ ਜੋ ਵਰਖਾ ਵਰਸੇ ਅਬ ਕੌਣ ਧੀਰ ਬੰਧਾਵੇ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਕਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਸਖੀ ਸਹੇਲੀ ਪੁੱਛਣ ਲਾਗੀ ਕੀ ਕਾਰਨ ਨੀਰ ਪਰ ਆਏ। ਮਨ ਕੀ ਬਿਰਥਾ ਮਨ ਹੀ ਜਾਣੇ ਕੋ ਜਾਣੇ ਪੀਰ ਪਰਾਈ। ਕਿਆ ਕਹੂੰ ਮੈਂ ਆਪਣੀ ਕਰਨੀ ਜਿਹ ਵਿਦ ਜਨਮ ਗਵਾਇਆ। ਜਿਸ ਸਾਹਿਬ ਨੇ ਸਭ ਕੁਝ ਦਿੱਤਾ ਸੋ ਮਨ ਨਾ ਵਸਾਇਆ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਕਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਪਲ ਪਲ ਛਿਨ ਛਿਨ ਔਦ ਬਿਹਾਵੇ ਨਾ ਬਿਰ ਰਹੇ ਜਵਾਨੀ। ਕਲ ਕੀ ਕਿਸ ਕੋ ਖਬਰ ਨਹੀਂ ਕਲ ਆਨੀ ਕੀ ਨਾ ਆਨੀ। ਕੋਟ ਬ੍ਰਹਮੰਡ ਕਾ ਮਾਲਕ ਇੱਕ ਦਿਨ ਆਇਆ ਮੇਰੇ ਸੁਪਨੇ। ਅੰਮ੍ਰਿਤ ਛਕਣੇ ਕੀ ਕਰੋ ਤਿਆਰੀ ਰਹਿਤ ਬਿਨਾ ਨਹੀਂ ਸਿੱਖ ਕਹਾਵੇ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਕਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਜਦੋਂ ਹਮ ਅੰਮ੍ਰਿਤ ਛਕਿਆ ਸਤਿਗੁਰੂ ਹਮ ਤੇ ਗੋਦ ਤੁਮਾਰੀ। ਹਰ ਅੰਮ੍ਰਿਤ ਕੀ ਵਰਖਾ ਵਰਸੀ ਨਾ ਸੁਧ ਰਹੀ ਹਮਾਰੀ। ਆਪ ਜਪੋ ਅਵਰਾ ਨਾਮ ਜਪਾਵੋ ਸਤਿਗੁਰੂ ਏ ਮਤ ਦੀਨੀ। ਸਾਧ ਸੰਗਤ ਮਿਲ ਨਾਮ ਧਿਆਵੋ ਛੂਟ ਗਈ ਆਵਨ ਜਾਨੀ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਕਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਤਨ ਕਲਗੀਧਰ ਜਿਸ ਨੇ ਹੋਮੇ ਮਾਰੀ। ਕੋਟ ਬ੍ਰਹਮੰਡ ਕਾ ਮਾਲਕ ਹੋਵੇ ਫਿਰ ਵੀ ਕਹੇ ਭਿਖਾਰੀ। ਦੋ ਸ਼ਬਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ RAM। ਭਾਈ ਸਾਹਿਬ ਭਾਈ ਰਾਮਾ ਸਿੰਘ ਜੀ ਕਹਿੰਦੇ ਹਨ, ਦਾਸ ਸਭ ਤੋਂ ਪਹਿਲਾਂ ਜੁਗੋ ਜੁਗ ਅਟਲ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਇਹ ਪੁਸਤਕ ਲਿਖਣ ਦੀ ਸੁਮਤ ਬਖਸ਼ੀ। ਇਸ ਕਲਯੁਗ ਵਿੱਚ ਬਹੁਤ ਪ੍ਰਾਣੀ ਭਟਕ ਰਹੇ ਹਨ, ਉਹਨਾਂ ਨੂੰ ਪੂਰੇ ਗੁਰੂ ਦੀ ਸੋਝੀ ਨਹੀਂ। ਦਾਸ ਵੀ ਬਚਪਨ ਵਿੱਚ ਪੂਰੇ ਗੁਰੂ ਦੀ ਭਾਲ ਵਿੱਚ ਭਟਕਦਾ ਰਿਹਾ। ਕਈ ਰਸਤਿਆਂ ਵਿੱਚੋਂ ਲੰਘ ਕੇ ਅਸਲੀ ਮਾਰਗ ਤੇ ਪਹੁੰਚਿਆ। ਅੰਮ੍ਰਿਤ ਛਕਾਉਣ ਸਮੇਂ ਗੁਰੂ ਸਰੂਪ ਪੰਜਾਂ ਪਿਆਰਿਆਂ ਨੇ ਉਪਦੇਸ਼ ਦਿੱਤਾ ਕਿ ਸੇਵਾ, ਸਿਮਰਨ, ਪਰਉਪਕਾਰ ਅਤੇ ਗਰੀਬੀ, ਨਿਮਰਤਾ ਸਿੱਖੀ ਦੇ ਥੰਮ ਹਨ। ਦਾਸ ਨੇ ਇਹਨਾਂ ਉੱਪਰ ਅਮਲ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰ ਕੇ ਕੁਝ ਰਤਨ ਆਪਣੇ ਹਿਰਦੇ ਵਿੱਚ ਵਸਾਏ, ਜਿਸ ਤਰ੍ਹਾਂ ਜਪਜੀ ਸਾਹਿਬ ਵਿੱਚੋਂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਆਨੰਦ ਸਾਹਿਬ ਵਿੱਚੋਂ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਏ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ। ਹਰ ਬਿਨ ਅਵਰ ਨ ਦੇਖੋ ਕੋਈ
ਏ ਸ਼ਰਵਣੋ ਮੇਰਿਓ, ਸਾਚੈ ਸੁਣੈ ਨੋ ਪਠਾਏ। ਸੁਖਮਨੀ ਸਾਹਿਬ ਵਿੱਚੋਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਪਰਤਰੇ ਰੂਪ ਨ ਪੇਖੈ ਨੇਤਰ। ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਬਚਨਾਂ ਤੇ ਅਮਲ ਕੀਤਾ। ਕੋਈ ਵੀ ਪ੍ਰਾਣੀ ਸਤਿਗੁਰੂ ਜੀ ਦੇ ਬਚਨਾਂ ਤੇ ਅਮਲ ਕਰੇਗਾ ਤਾਂ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ। ਦਾਸ ਦਾ ਪੁਸਤਕ ਲਿਖਣ ਦਾ ਕੋਈ ਵਿਚਾਰ ਨਹੀਂ ਸੀ। ਇੱਕ ਵਾਰੀ ਭਾਈ ਬਲਵੀਰ ਸਿੰਘ ਕੈਂਪ ਵਿੱਚ ਮਿਲੇ। ਉਸ ਨੇ ਕਿਹਾ, ਭਾਈ ਸਾਹਿਬ ਜੀ, ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਹਿੰਦੂ ਧਰਮ ਤੋਂ ਸਿੱਖ ਧਰਮ ਵਿੱਚ ਕਿਸ ਤਰ੍ਹਾਂ ਆਏ। ਮੈਂ ਦੱਸਣਾ ਨਹੀਂ ਚਾਹੁੰਦਾ ਸੀ। ਅਚਾਨਕ ਮੇਰੇ ਮੂੰਹੋਂ ਇਹ ਬਚਨ ਨਿਕਲ ਗਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸ਼ਨ ਦੇ ਕੇ ਹੁਕਮ ਕੀਤਾ ਕਿ ਅੰਮ੍ਰਿਤ ਛਕ ਕੇ ਤੁਸੀਂ ਅੰਮ੍ਰਿਤ ਸੰਚਾਰ ਦੀ ਸੇਵਾ ਕਰਨੀ ਹੈ। ਇਹ ਸੁਣ ਕੇ ਉਸ ਨੂੰ ਬੜੀ ਦਿਲਚਸਪੀ ਪੈਦਾ ਹੋਈ ਅਤੇ ਪ੍ਰੇਰਨਾ ਕਰਨ ਲੱਗਾ ਕਿ ਤੁਸੀਂ ਆਪਣੇ ਜੀਵਨ ਬਾਰੇ ਜ਼ਰੂਰ ਲਿਖੋ। ਇਸ ਵਿੱਚ ਕਈ ਪ੍ਰਾਣੀਆਂ ਦਾ ਭਲਾ ਹੋ ਸਕਦਾ ਹੈ। ਇਸ ਤਰ੍ਹਾਂ ਭਾਈ ਸਤਨਾਮ ਸਿੰਘ ਅਤੇ ਭਾਈ ਪ੍ਰਿਥੀਪਾਲ ਸਿੰਘ ਨੇ ਵੀ ਪ੍ਰੇਰਨਾ ਕੀਤੀ। ਦਾਸ ਨੇ ਸੋਚਿਆ ਕਿ ਜੇ ਮੇਰੇ ਜੀਵਨ ਲਿਖਣ ਨਾਲ ਕਿਸੇ ਦਾ ਭਲਾ ਹੋ ਜਾਵੇ ਤਾਂ ਜ਼ਰੂਰ ਉੱਦਮ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਚਿੱਤਰਕਾਰ ਸੋਭਾ ਸਿੰਘ ਦੇ ਜੀਵਨ ਬਾਰੇ ਕਿਸੇ ਨੂੰ ਪਤਾ ਨਹੀਂ ਕਿੰਨਾ ਉੱਚਾ ਹੈ, ਮਗਰ ਉਸ ਨੇ ਜੋ ਗੁਰੂਆਂ ਦੇ ਚਿੱਤਰ ਬਣਾਏ ਉਹਨਾਂ ਤੋਂ ਪਤਾ ਲੱਗਦਾ ਹੈ। ਪਹਿਲੇ ਉਸ ਨੇ ਆਪਣੇ ਹਿਰਦੇ ਵਿੱਚ ਵਸਾਏ ਅਤੇ ਫਿਰ ਹੱਥੀਂ ਬਣਾਏ। ਇਸੇ ਤਰ੍ਹਾਂ ਰਾਗੀ ਦੇ ਅੰਦਰ ਧੁਨਾਂ ਪੈਦਾ ਹੁੰਦੀਆਂ ਹਨ ਤਾਂ ਉਹ ਵਾਜੇ ਉੱਪਰ ਨਿਕਾਲ ਕੇ ਪਹਿਲਾਂ ਆਪ ਖੁਸ਼ ਹੁੰਦਾ ਹੈ, ਫਿਰ ਸੰਗਤ ਨੂੰ ਖੁਸ਼ ਕਰਦਾ ਹੈ। ਕਥਾਕਾਰ ਵੀ ਖੋਜ ਕਰਕੇ ਬਾਣੀ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਤੇ ਫਿਰ ਸੰਗਤ ਦਾ ਮਨ ਮੋਹ ਲੈਂਦਾ ਹੈ। ਕਵੀ ਕਵਿਤਾ ਲਿਖਣ ਤੋਂ ਪਹਿਲਾਂ ਵਿਚਾਰ ਬਣਾਉਂਦਾ ਹੈ, ਫਿਰ ਲਫ਼ਜ਼ ਲੱਭਦਾ ਹੈ ਕਿ ਕਿਸ ਤਰ੍ਹਾਂ ਦੇ ਵਰਤੇ ਜਾਣ। ਕਵਿਤਾ ਤਿਆਰ ਹੋ ਜਾਵੇ ਤਾਂ ਸੰਗਤ ਨੂੰ ਸੁਣਾ ਕੇ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਦਾਸ ਨੂੰ ਫੁਰਨਾ ਆਇਆ, ਰੂਪ ਗੋਬਿੰਦ ਕਾ, ਰਾਜ ਖਾਲਸੇ ਕਾ, ਸਿੱਕਾ ਸੋਨੇ ਕਾ। ਮਹਾਰਾਜ ਦੀ ਕਿਰਪਾ ਨਾਲ ਸਿਮਰਨ ਕਰਦੇ ਕਰਦੇ ਫੁਰਨੇ ਆਉਣ ਲੱਗੇ। ਉਹ ਮੈਂ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿ ਨੰਦਰਮਲ ਕਰਨੀ। ਜੈਤਸਰੀ ਮਹੱਲਾ ਪੰਜਵਾਂ, ਪੰਨਾ ਨੰਬਰ 702। ਪੁਸਤਕ ਸ਼ੁਰੂ ਕਰਨ ਤੋਂ ਪਹਿਲਾਂ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਹੇ ਬੇਅੰਤ ਗੁਣਾਂ ਦੇ ਦਾਤੇ, ਮੇਰੇ ਉੱਪਰ ਕਿਰਪਾ ਕਰੋ, ਹਿੰਮਤ ਬਖਸ਼ੋ। ਜੋ ਮੈਨੂੰ ਫੁਰਨਾ ਆਇਆ ਹੈ ਇਸ ਬਾਰੇ ਸਮਰੱਥਾ ਬਖਸ਼ੋ। ਦਾਸ ਦੇ ਜੀਵਨ ਵਿੱਚ 4 ਕੋਤਕ ਵਰਤੇ। ਪਹਿਲਾ, ਹਰਿਦੁਆਰ ਦੇ ਜੰਗਲ ਵਿੱਚ ਆਕਾਸ਼ ਬਾਣੀ ਹੋਈ। ਦੂਸਰਾ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਸ਼ਨ ਦੇਣੇ। ਤੀਸਰਾ, ਅੰਮ੍ਰਿਤ ਵੇਲੇ ਦਾ ਸਿਮਰਨ ਅਤੇ ਚੌਥਾ, ਖਾਲਸਾ ਰਾਜ ਦਾ ਸੁਪਨਾ। ਇਸ ਪੁਸਤਕ ਵਿੱਚ ਜੋ ਵੀ ਵਰਣਨ ਕੀਤਾ ਗਿਆ ਹੈ ਉਹ ਦਾਸ ਦਾ ਨਿੱਜੀ ਅਨੁਭਵ ਹੈ, ਜੋ ਕਿ ਕਾਲਣਾ ਕਾਲ ਕੇ ਪ੍ਰਾਪਤ ਹੋਇਆ, ਕੋਈ ਸੁਣੀ ਸੁਣਾਈ ਗੱਲ ਨਹੀਂ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਦਾਸ ਕੋਈ ਲਿਖਾਰੀ ਨਹੀਂ। ਲਿਖਣ ਵਿੱਚ ਕਈ ਉਣਤਾਈਆਂ ਰਹਿ ਗਈਆਂ ਹੋਣਗੀਆਂ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਜੀਵ ਹਮੇਸ਼ਾ ਭੁੱਲਣਹਾਰ ਹੈ। ਦਾਸ ਸੰਗਤਾਂ ਪਾਸੋਂ ਭੁੱਲ ਚੁੱਕ ਦੀ ਖਿਮਾ ਮੰਗਦਾ ਹੈ। ਇਸ ਵਿੱਚੋਂ ਜੋ ਕੋਈ ਗੱਲ ਚੰਗੀ ਲੱਗੇ ਤਾਂ ਜ਼ਰੂਰ ਗ੍ਰਹਿਣ ਕਰ ਲੈਣਾ। ਜੇ ਕੋਈ ਗੱਲ ਚੰਗੀ ਨਾ ਲੱਗੇ ਤਾਂ ਦਾਸ ਨੂੰ ਲਿਖ ਕੇ ਭੇਜਣ ਦੀ ਕਿਰਪਾਲਤਾ ਕਰਨੀ। ਇਹ ਪੁਸਤਕ ਲਿਖਣ ਦਾ ਇੱਕ ਹੀ ਮਕਸਦ ਹੈ ਕਿ ਕਿਸੇ ਪ੍ਰਾਣੀ ਦਾ ਭਲਾ ਹੋ ਜਾਵੇ। ਜੇ ਕੋਈ ਇੱਕ ਪ੍ਰਾਣੀ ਵੀ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਅਤੇ ਨਾਮ
ਸਿਮਰਨ ਦੀ ਕਮਾਈ ਕਰਕੇ ਮੁਕਤੀ ਦੀ ਮੰਜ਼ਿਲ ਤੇ ਤੁਰ ਪਵੇ ਤਾਂ ਦਾਸ ਸਮਝੇਗਾ ਕਿ ਇਹ ਪੁਸਤਕ ਦਾ ਕੀਤਾ ਉਪਰਾਲਾ ਸਫਲ ਹੋਇਆ। ਦਾਸ ਉਹਨਾਂ ਵੀਰਾਂ ਭੈਣਾਂ ਦਾ ਅਤੀ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਪੁਸਤਕ ਵਿੱਚ ਕਿਸੇ ਪ੍ਰਕਾਰ ਦੀ ਸਹਾਇਤਾ ਕੀਤੀ। ਖਾਸ ਕਰਕੇ ਇਹਨਾਂ ਦੇ ਨਾਮ ਵਰਣਨਯੋਗ ਹਨ। ਭਾਈ ਪ੍ਰੇਮ ਸਿੰਘ, ਜਿਸ ਨੇ ਕਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਬਣਾਉਣ ਦੀ ਸੇਵਾ ਕੀਤੀ, ਅਤੇ ਭਾਈ ਮਨਪ੍ਰੀਤ ਸਿੰਘ ਨੇ ਸੁਰੰਗ ਦੀ ਤਸਵੀਰ ਬਣਾਉਣ ਦੀ ਸੇਵਾ ਕੀਤੀ। ਭਾਈ ਸੁਖਦੇਵ ਸਿੰਘ ਅਤੇ ਬੀਬੀ ਅਮਰਜੀਤ ਕੌਰ ਨੇ ਲਿਖਾਈ ਦੀ ਸੇਵਾ ਕੀਤੀ। ਭਾਈ ਰਾਮ ਸਿੰਘ ਗ੍ਰੇਵਜ਼ੈਂਡ, ਭਾਈ ਕੇਸਰ ਸਿੰਘ ਮੰਡ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਹਰਜਿੰਦਰ ਸਿੰਘ ਮੰਡੇਰ, ਜਥੇਦਾਰ ਬਲਵੀਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ, ਭਾਈ ਬਲਕਾਰ ਸਿੰਘ ਢਿੱਲੋਂ, ਭਾਈ ਬਲਜਿੰਦਰ ਸਿੰਘ ਤੇ ਬੀਬੀ ਦਵਿੰਦਰ ਕੌਰ ਢੰਡ ਦਾ ਵੀ ਅਤੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਅੰਤ ਵਿੱਚ ਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਤੀ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਮਿਹਰ ਭਰਿਆ ਹੱਥ ਦਾਸ ਦੇ ਸਿਰ ਤੇ ਰੱਖ ਕੇ ਇਹ ਸੇਵਾ ਕਰਵਾਈ। ਜੋ ਵੀ ਮਹਾਰਾਜ ਜੀ ਨੇ ਲਿਖਵਾਇਆ ਉਹੀ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹਉਮੈ ਵਿੱਚ ਆ ਕੇ ਕੁਝ ਨਹੀਂ ਲਿਖਿਆ, ਪਰ ਫਿਰ ਵੀ ਕਿਸੇ ਨੂੰ ਮਹਿਸੂਸ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦਾ ਦਾਸ ਭਾਈ ਰਾਮਾ ਸਿੰਘ। ਮੇਰੀ ਨਜ਼ਰ ਵਿੱਚ ਭਾਈ ਸਾਹਿਬ ਭਾਈ ਰਾਮਾ ਸਿੰਘ ਜੀ। ਕੇਸਰ ਸਿੰਘ ਮੰਡ ਕਹਿੰਦੇ ਹਨ, ਜਿਵੇਂ ਹਰ ਸਵੇਰ ਨਵ ਵਰੇ ਸਦੀ ਸੋਣ ਸਵੇਰ, ਇੰਜ ਪ੍ਰਾਣੀ ਲਈ ਅਨੇਕਾਂ ਰੀਝਾਂ ਸਦਰਾਂ ਆਕਾਂਖਿਆਵਾਂ ਅਤੇ ਆਸ਼ਾਵਾਂ ਅਮਰ ਸੰਦੇਸ਼ ਲੈ ਕੇ ਆਉਂਦੀ ਹੈ। ਅਤੀਤ ਵਿੱਚ ਭਾਵੇਂ ਕਿੰਨੇ ਹੀ ਤੂਫਾਨ ਝੱਖੜ ਉਸ ਦਾ ਰਾਹ ਰੋਕਣ ਲਈ ਉੱਠ ਖੜੇ ਹੋਣ, ਕਿੰਨੀਆਂ ਹਨੇਰੀਆਂ ਉਸ ਦੇ ਵਿਅਕਤੀਤਵ ਨਾਲ ਖਿਲਵਾੜ ਕਰ ਰਹੀਆਂ ਹੋਣ, ਕੋਈ ਮੌਸਮ ਵੀ ਭਾਵੇਂ ਸਾਜ਼ਗਾਰ ਨਾ ਹੋਵੇ, ਕਿੰਨੇ ਵੀ ਮਾਰੂ ਹਾਦਸੇ ਉਸ ਦੀ ਜੀਵਨ ਟੋਰ ਨੂੰ ਥਿੜਕਾਉਂਦੇ ਹੋਣ, ਪਰੰਤੂ ਨਵ ਵਰਸ਼ ਦੀ ਊਸ਼ਾ ਸਵੇਰ ਦੀਆਂ ਕਿਰਨਾਂ ਉਸ ਦੀਆਂ ਉਮੀਦਾਂ ਤੇ ਆਸ਼ਾਵਾਂ ਨਾਲ ਭਰਪੂਰ ਕਰਦੀਆਂ ਹਨ ਅਤੇ ਆਉਣ ਵਾਲੇ ਵਿਖੜੇ ਪੰਧਾਂ ਦਾ ਸਫਲ ਪਾਂਧੀ ਬਣਨ ਲਈ ਤਿਆਰ ਕਰਦੀਆਂ ਹਨ। ਇਸੇ ਤਰ੍ਹਾਂ ਭਾਈ ਰਾਮਾ ਸਿੰਘ ਜੀ ਨੇ ਹਥਲੀ ਪੁਸਤਕ रूप गोविंद का, राज खालसे का, सिक्का सोने का लिख के ਭਾਈ ਸਾਹਿਬ ਰਾਮਾ ਸਿੰਘ ਜੀ ਨੇ ਇੱਕ ਹਿੰਦੂ ਘਰਾਣੇ ਵਿੱਚ ਜਨਮ ਲੈ ਕੇ ਪਿੱਛੋਂ ਸਿੱਖ ਧਰਮ ਗ੍ਰਹਿਣ ਕਰਕੇ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੋ ਭਾਈ ਸਾਹਿਬ ਜੀ ਦੇ ਜੀਵਨ ਵਿੱਚ ਪਰਿਵਰਤਨ ਆਇਆ, ਉਸ ਜੀਵਨ ਦਾ ਸੰਖੇਪ ਉਲੇਖ ਕੀਤਾ ਹੈ। ਭਾਈ ਰਾਮਾ ਸਿੰਘ ਜੀ ਦਾ ਜਨਮ ਇੱਕ ਹਿੰਦੂ ਘਰਾਣੇ ਵਿੱਚ ਸਨ 1930 ਵਿੱਚ ਮਾਤਾ ਲక్ష్ਮੀ ਦੇਵੀ ਅਤੇ ਪਿਤਾ ਵੈਦ ਚੰਦਰਪਾਲ ਜੀ ਦੇ ਗ੍ਰਹਿ ਵਿਖੇ ਪਿੰਡ ਛੜਿਆਵਲੀ, ਜ਼ਿਲ੍ਹਾ ਅਲੀਗੜ੍ਹ, ਯੂਪੀ ਵਿਖੇ ਹੋਇਆ। ਆਪ ਜੀ ਕੇਵਲ 6 ਸਾਲ ਦੀ ਉਮਰ ਵਿੱਚ ਹੀ ਉਸ ਪ੍ਰਭੂ ਪਿਆਰ ਵਿੱਚ ਰੰਗੇ ਗਏ ਸਨ। ਆਪ ਜੀ ਬਚਪਨ ਵਿੱਚ ਵੈਰਾਗ ਵਿੱਚ ਰਹਿੰਦੇ ਸਨ। ਭਾਈ ਰਾਮਾ ਸਿੰਘ ਜੀ ਦੇ ਛੋਟੇ ਹੁੰਦਿਆਂ ਇੱਕ ਘਟਨਾ ਵਾਪਰੀ ਕਿ ਇੱਕ ਦਿਨ ਭਾਈ ਸਾਹਿਬ ਜੀ ਦੀ ਮਾਤਾ ਜੀ ਕੱਪੜਿਆਂ ਨੂੰ ਮੋਟੇ ਡੰਡੇ ਨਾਲ ਕੁੱਟ-ਕੁੱਟ ਕੇ ਧੋ ਰਹੀ ਸੀ। ਉਸ ਸਮੇਂ ਭਾਈ ਰਾਮਾ ਸਿੰਘ ਜੀ ਕੋਲ ਖੜੇ ਸਨ। ਇਹਨਾਂ ਆਪਣੀ ਮਾਤਾ ਜੀ ਨੂੰ ਪੁੱਛਿਆ ਕਿ ਮਾਤਾ ਜੀ, ਇਹਨਾਂ ਕੱਪੜਿਆਂ ਨੂੰ ਇੰਨਾ ਕੁੱਟ-ਕੁੱਟ ਕੇ ਧੋ ਰਹੇ ਹੋ? ਅੱਗੋਂ ਮਾਤਾ ਜੀ ਨੇ ਉੱਤਰ ਦਿੱਤਾ ਕਿ ਬੇਟਾ ਜੀ, ਇਹਨਾਂ ਕੱਪੜਿਆਂ ਨੂੰ ਮੈਲ ਲੱਗੀ ਹੋਈ ਹੈ ਤਾਂ ਮੈਂ ਕੁੱਟ-ਕੁੱਟ ਕੇ ਧੋ ਰਹੀ ਹਾਂ। ਇਹ ਗੱਲ ਕਹਿਣ ਤੇ ਮਾਤਾ ਜੀ ਨੇ ਭਾਈ ਰਾਮਾ ਸਿੰਘ ਜੀ ਨੂੰ ਸੰਬੋਧਨ ਕਰਦੇ ਆਖਿਆ, ਬੇਟਾ ਜੀ ਸੁਣੋ, ਜਿਹੜੇ ਮਨੁੱਖ ਵੀ ਇਸ ਧਰਤੀ ਤੇ ਜਨਮ ਲੈਂਦੇ ਹਨ, ਜੇਕਰ ਉਹ ਵੀ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਹਿਰਦਿਆਂ ਨੂੰ ਵੀ ਮੈਲ ਲੱਗ ਜਾਂਦੀ ਹੈ। ਅਜਿਹੇ ਮਨੁੱਖਾਂ ਨੂੰ ਵੀ ਫਿਰ ਜਮਾਂ ਦੀ ਕੁੱਟ ਖਾਣੀ ਪੈਂਦੀ ਹੈ। ਇਹ ਗੱਲ ਸੁਣ ਕੇ ਭਾਈ ਰਾਮਾ ਸਿੰਘ ਜੀ ਦੇ ਮਨ ਵਿੱਚ ਵੈਰਾਗ ਆਇਆ ਤੇ ਇਹ ਛੋਟੀ ਉਮਰ ਵਿੱਚ ਹੀ ਹਰੇ ਰਾਮ ਉਸ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ। ਉਸ ਸਮੇਂ ਭਾਈ ਰਾਮਾ ਸਿੰਘ ਜੀ ਦੀ ਉਮਰ 6 ਸਾਲ ਸੀ। ਹਿੰਦੂ ਧਰਮ ਨਾਲ ਸੰਬੰਧਿਤ ਹੋਣ ਕਰਕੇ ਮੰਦਰਾਂ, ਠਾਕੁਰ ਦੁਆਰਿਆਂ ਵਿੱਚ ਜਾ ਕੇ ਉੱਥੇ ਬੈਠੇ ਮਹੰਤਾਂ ਪਾਸੋਂ ਉਸ ਪ੍ਰਭੂ ਦੇ ਮੇਲ ਦੇ ਸਾਧਨ ਪੁੱਛਦੇ ਰਹੇ। ਉਹਨਾਂ ਅੱਗੋਂ ਹਿੰਦੂ ਧਰਮ ਵਿੱਚ ਵੱਖ-ਵੱਖ ਵਰਤੇ ਜਾਣ ਵਾਲੇ ਕਰਮ ਕਾਂਡ ਦੱਸਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਧੂਣੀਆਂ ਤਾਪਣੀਆਂ, ਜਲਧਾਰਾ, ਪਿੰਡੇ ਨੂੰ ਸੁਆਹ ਮਲਣਾ, ਗਊ ਪੁੰਨ ਦਾਨ ਕਰਨੀ, ਸ਼ਰਾਧ ਖਵਾਉਣੇ, ਨਾਗ ਪੰਚਮੀ ਦੀ ਪੂਜਾ ਆਦਿ ਕਈ ਕਿਸਮ ਦੇ ਕਰਮ ਕਾਂਡਾਂ ਵਿੱਚ ਭਾਈ ਰਾਮਾ ਸਿੰਘ ਨੂੰ ਉਹਨਾਂ ਮੰਦਰਾਂ ਦੇ ਮਹੰਤਾਂ ਨੇ ਉਲਝਾ ਦਿੱਤਾ। ਭਾਈ ਰਾਮਾ ਸਿੰਘ ਜੀ ਨੇ ਉਪਰੋਕਤ ਸਾਰੇ ਕਰਮ ਕਾਂਡ ਕਰਕੇ ਦੇਖੇ, ਪਰ ਹੱਥ ਪੱਲੇ ਕੁਝ ਨਾ ਪਿਆ
ਅਖੀਰ ਭਾਈ ਰਾਮਾ ਸਿੰਘ ਜੀ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ ਅਤੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਦੇ ਸਿਮਰਨ ਵਿੱਚ ਜੁਟ ਗਏ। ਨਾਲ ਦੀ ਨਾਲ ਪੰਜਾਬੀ ਪੜ੍ਹ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਸ਼ੁਰੂ ਕਰ ਦਿੱਤੇ। ਜਦੋਂ ਭਾਈ ਰਾਮਾ ਸਿੰਘ ਜੀ ਘੰਟਿਆਂ ਬੱਧੀ ਪਾਠ ਦੇ ਸਿਮਰਨ ਵਿੱਚ ਜੁਟ ਗਏ ਤੇ ਮਨ ਨੂੰ ਸ਼ਾਂਤੀ ਆਉਣ ਲੱਗੀ। ਇਸੇ ਤਰ੍ਹਾਂ ਭਾਈ ਰਾਮਾ ਸਿੰਘ ਜੀ ਨੇ ਦੱਸਿਆ ਕਿ ਇੱਕ ਦਿਨ ਉਹਨਾਂ ਨੂੰ ਸੁਪਨੇ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਦਰਸ਼ਨ ਦਿੱਤੇ ਸਨ। ਇਸੇ ਤਰ੍ਹਾਂ ਦਿਨੋਂ ਦਿਨ ਪਾਠ ਸਿਮਰਨ ਕਰਦਿਆਂ ਇਹ ਮਹਿਸੂਸ ਹੋਇਆ ਕਿ ਮੈਨੂੰ ਸੱਚਾ ਗੁਰੂ ਗ੍ਰੰਥ ਸਾਹਿਬ ਮਿਲ ਗਏ ਹਨ। ਹੁਣ ਮੈਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਪੂਰਨ ਸਿੰਘ ਸਜਾਂਗਾ। ਤੇ ਭਾਈ ਰਾਮਾ ਸਿੰਘ ਜੀ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਸਿੰਘ ਸਜ ਗਏ ਸਨ। ਭਾਈ ਰਾਮਾ ਸਿੰਘ ਜੀ ਨੇ ਇਸ ਹਥਲੀ ਪੁਸਤਕ रूप गोविंद का राज खालसे का सिक्का सोने का लिख के बचपन तो लैके अज तक अपनी हड बीती अनुभवी सोच नाल लिख के पाठकां दे रूबरू कीती है तां कि हर जिग्यासू नूं नाम सिमरन दी सोझी आ सके। भाई रामा सिंह जी ने होर धर्मां दा भी समय-समय अध्ययन कीता पर जो सिੱਖਿਆ जीवन मुक्ति दी प्राप्ति लई साहिब गुरु ग्रंथ साहिब विचों मिली है होर किसी धर्म विचों नहीं मिली। ਭਾਈ ਰਾਮਾ ਸਿੰਘ ਜੀ ਦੁਨਿਆਵੀ ਪਦਾਰਥਾਂ ਤੋਂ ਰਹਿਤ ਹਨ। ਅੱਜ ਕੱਲ੍ਹ ਵੀ ਅਖੰਡ ਕੀਰਤਨੀ ਜਥੇ ਦੇ ਮੁਖੀ ਹਨ ਅਤੇ ਆਪ ਜੀ ਹੋਰ ਸਿੰਘਾਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਬਖਸ਼ੇ ਖੰਡੇ ਬਾਟੇ ਦਾ ਅੰਮ੍ਰਿਤ ਦੇਸ਼ਾਂ ਵਿਦੇਸ਼ਾਂ ਦੇ ਸਿੰਘਾਂ ਸਿੰਘਣੀਆਂ ਨੂੰ ਪਾਣ ਕਰਾ ਕੇ ਗੁਰੂ ਦੇ ਲੜ ਲਾ ਰਹੇ ਹਨ। ਭਾਈ ਰਾਮਾ ਸਿੰਘ ਜੀ ਸਨ 1964 ਵਿੱਚ ਪਾਣੀ ਵਾਲੇ ਜਹਾਜ਼ ਰਾਹੀਂ ਇੰਗਲੈਂਡ ਪੁੱਜੇ ਸਨ। ਉਸ ਸਮੇਂ ਇੰਗਲੈਂਡ ਵਿੱਚ ਇੱਕੋ ਇੱਕ ਗੁਰਦੁਆਰਾ ਸਾਹਿਬ ਸ਼ੈਫਰ ਡਬੂਸ਼ ਵਿਖੇ ਹੁੰਦਾ ਸੀ। ਆਪ ਪਹਿਲਾਂ ਉਸ ਗੁਰੂ ਘਰ ਵਿੱਚ ਠਹਿਰੇ ਸਨ। ਭਾਈ ਰਾਮਾ ਸਿੰਘ ਜੀ ਨੇ ਇਸ ਹਥਲੀ ਪੁਸਤਕ ਵਿੱਚ ਆਪਣੀ ਜੀਵਨ ਗਾਥਾ ਲਿਖਦਿਆਂ ਥਾਂ-ਥਾਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਿੱਧ ਕਰਦੇ ਹਨ ਕਿ ਜੇ ਕਿਸੇ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਕਰਨੀ ਹੈ ਜਾਂ 84 ਲੱਖ ਜੂਨ ਤੋਂ ਛੁਟਕਾਰਾ ਪਾਉਣਾ ਹੈ ਤੇ ਉਸ ਜਿਗਿਆਸੂ ਨੂੰ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਦੇ ਸਿਮਰਨ ਵਿੱਚ ਜੁਟ ਜਾਣਾ ਚਾਹੀਦਾ ਹੈ। ਇਸ ਨਾਲ ਆਪਣੇ ਨਿਤਨੇਮ ਸਾਹਿਬ ਜੀ ਦੇ ਪਾਠ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਅਤੇ ਹੋਰ ਜਿੰਨੀ ਵੀ ਬਾਣੀ ਪੜ੍ਹ ਸਕੇ ਪੜ੍ਹ ਕੇ ਮੋਹ ਮਾਇਆ ਦੇ ਮੋਹ ਤੋਂ ਉੱਪਰ ਉੱਠ ਕੇ ਜੀਵਨ ਮੁਕਤੀ ਦੀ ਪਦਵੀ ਪਾ ਸਕਦਾ ਹੈ। ਭਾਈ ਰਾਮਾ ਸਿੰਘ ਜੀ ਨੇ ਇਸ ਪੁਸਤਕ ਵਿੱਚ ਬੜੀ ਸਰਲ ਤੇ ਸੌਖੀ ਬੋਲੀ ਦੀ ਵਰਤੋਂ ਕੀਤੀ ਹੈ ਤਾਂ ਕਿ ਹਰ ਇੱਕ ਨੂੰ ਸਮਝ ਪੈ ਸਕੇ ਕਿਉਂਕਿ ਅੱਜ ਦੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਦਾਰਸ਼ਨਿਕ ਧਰਮ ਗ੍ਰੰਥ ਹੈ। ਇਸ ਵਿਚਲੀ ਅਭਿਵਕਤੀ ਅਨੁਭਵ ਅਭਿਵਿਅਕਤੀ ਹੈ। ਇਸ ਵਿੱਚ ਸਾਰੇ ਦੇ ਸਾਰੇ ਪਰਮ ਪੁਰਖ ਮਹਾਨ ਸੰਤ ਭਗਤ ਅਤੇ ਗੁਰੂ ਸਾਹਿਬਾਨ ਦੇ ਪਰਮ ਤੱਤ ਆਤਮ ਤੱਤ ਤੇ ਜੀਵ ਜਗਤ ਸੰਬੰਧੀ ਸ਼ੰਕਰਾਚਾਰਿਆ ਦੇ ਅਦਵੈਤਵਾਦ ਜਿਹੀਆਂ ਕੋਰੀਆਂ ਸੰਕਲਪਾਤਮਕ ਅਤੇ ਦਾਰਸ਼ਨਿਕ ਗੱਲਾਂ ਨਹੀਂ ਕਰਦੇ ਸਗੋਂ ਇਹਨਾਂ ਲਈ ਤਾਂ ਪਰਮਾਤਮਾ ਮਿੱਠ ਬੋਲੜੇ ਸੱਜਣ ਵਾਂਗ ਹੈ ਅਤੇ ਸੋਹਣੇ ਨੱਕ ਤੇ ਲੰਬੜੇ ਵਾਲਾ ਹੈ। ਉਸ ਨਾਲ ਗੁੱਸੇ ਰਾਜ਼ੀ ਹੋਣ ਕਰਕੇ ਹੀ ਕਵਨ ਅਬੋਲ ਦਾ ਪ੍ਰਸ਼ਨ ਕਰਨ ਦੀ ਜ਼ਰੂਰਤ ਵੀ ਉਸ ਦੇ ਭਗਤਾਂ ਵਿੱਚ ਹੀ ਹੈ। ਤੰਨੇ ਵਰਗੀ ਜ਼ਿੱਦ ਵੀ ਹੈ ਉਸ ਦੇ ਆਸ਼ਕਾਂ ਵਿੱਚ। ਜਬ ਤੁਮ ਹੋਤੇ ਤਬ ਹਮ ਨਾਹੀ ਅਬ ਤੂੰ ਹੀ ਮੈਂ ਨਾਹੀ ਵਰਗੀ ਅਭੇਦਤਾ ਨੇੜਤਾ ਨਿਰੰਤਰਤਾ ਅਤੇ ਨੀਚਕਤਾ ਹੈ ਉਸ ਦੇ ਪਿਆਰਿਆਂ ਵਿੱਚ। ਕਬੀਰ ਭਗਤ ਦੇ ਸ਼ਬਦਾਂ ਵਿੱਚ ਲੋਕ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਇਸ ਬ੍ਰਹਮ ਵਿਚਾਰ ਨੂੰ ਗੀਤਾਤਮਕ ਸ਼ੈਲੀ ਅਤੇ ਸੱਭਿਆਚਾਰ ਰੂੜੀਆਂ ਤੇ ਪਰਿਪੇਖ ਵਿੱਚ ਸੈਂਕੜੇ ਸਾਲਾਂ ਤੱਕ ਲਗਾਤਾਰ ਪ੍ਰਵਾਹਮਾਨ ਰੱਖਣਾ ਅਤੇ ਸਦੀਆਂ ਤੱਕ ਨਿਰੰਤਰ ਜਨਮਾਨਸ ਨੂੰ ਝੰਜੋੜਨ ਦਾ ਉਪਰਾਲਾ ਹੀ ਇਸ ਪੁਸਤਕ ਵਿਚਲੇ ਵਿਵੇਚਣ ਦਾ ਵਿਸ਼ਾ ਹੈ। ਭਾਈ ਰਾਮਾ ਸਿੰਘ ਜੀ ਨੇ ਆਪਣੀ ਇਸ ਮਹਾਨ ਘਾਲਣਾ ਰਾਹੀਂ ਸਾਡੇ ਮਹਾਨ ਰਹਿਬਰਾਂ ਨੇ ਮੱਧਕਾਲ ਵਿੱਚ ਭਰਮ ਭੁਲੇਖਿਆਂ ਅਤੇ ਵਿਧੀ ਵਿਧਾਨ ਦੇ ਜਾਲ ਵਿੱਚ ਫਸੀ ਲੁਕਾਈ ਨੂੰ ਵਾਸਤਵਿਕਤਾ ਦੀ ਸੋਝੀ ਕਰਾਉਣ ਲਈ ਉਹਨਾਂ ਦੇ ਸੱਭਿਆਚਾਰਕ ਵਿਰਸੇ ਨੂੰ ਆਧਾਰ ਬਣਾਇਆ ਹੈ। ਭਾਈ ਰਾਮਾ ਸਿੰਘ ਜੀ ਦੀ ਇਹ ਹਥਲੀ ਪੁਸਤਕ ਜਿਗਿਆਸੂਆਂ ਨੂੰ ਨਾਮ ਸਿਮਰਨ ਲਈ ਪ੍ਰੇਰਦੀ ਹੈ। ਭਾਈ ਸਾਹਿਬ ਜੀ ਨੇ ਇਸ ਪੁਸਤਕ ਵਿੱਚ ਬੜੇ ਸੰਖੇਪ ਢੰਗ ਨਾਲ ਗੁਰਬਾਣੀ ਦੀਆਂ ਪੰਕਤੀਆਂ ਦੁਹਰਾ ਕੇ ਅਤੇ ਨਾਲ-ਨਾਲ ਸਿੱਖ ਇਤਿਹਾਸ ਦਾ ਵੀ ਵਰਣਨ ਕੀਤਾ ਹੈ। ਭਾਈ ਰਾਮਾ ਸਿੰਘ ਜੀ ਹੁਣ ਤੱਕ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਜਰਮਨੀ, ਨਾਰਵੇ, ਡੈਨਮਾਰਕ ਅਤੇ ਹੋਰ ਅਨੇਕਾਂ ਥਾਵਾਂ ਤੇ ਜਾ ਕੇ ਜੱਥੇ ਸਮੇਤ ਅੰਮ੍ਰਿਤ ਸੰਚਾਰ ਕਰ ਚੁੱਕੇ ਹਨ। ਅੱਜ ਕੱਲ੍ਹ ਆਪਣੇ ਜੱਥੇ ਸਮੇਤ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈਵਲਾਕ ਰੋਡ ਸਾਊਥ ਹਾਲ ਵਿਖੇ ਅੰਮ੍ਰਿਤ ਵੇਲੇ 4 ਤੋਂ 5 ਵਜੇ ਤੱਕ ਵਾਹਿਗੁਰੂ ਗੁਰਮੰਤਰ ਹੈ ਦਾ ਸਿਮਰਨ ਕਰਦੇ ਹਨ। ਸੈਂਕੜੇ ਗੁਰਸਿੱਖ ਸੰਗਤਾਂ ਇੰਨੀ ਠੰਡ ਵਿੱਚ ਜਾ ਕੇ ਸਿਮਰਨ ਵਿੱਚ ਹਾਜ਼ਰੀਆਂ ਭਰਦੀਆਂ ਹਨ। ਸਿਮਰਨ ਭੇਟ ਮਾਇਆ ਸਾਰੀ ਦੀ ਸਾਰੀ ਗੁਰੂ ਘਰ ਦੇ ਬਿਲਡਿੰਗ ਫੰਡ ਵਿੱਚ ਪਾ ਦਿੰਦੇ ਹਨ। ਅਖੀਰ ਵਿੱਚ ਦਾਸ ਜੀ ਦੀ ਸਨਮਰ ਬੇਨਤੀ ਹੈ ਕਿ ਜਿਸ ਤਰ੍ਹਾਂ ਭਾਈ ਸਾਹਿਬ ਰਾਮਾ ਸਿੰਘ ਜੀ ਨੇ ਇੱਕ ਹਿੰਦੂ ਧਰਮ ਤੋਂ ਉੱਠ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਵਾਰਿਆ ਹੈ, ਸਾਨੂੰ ਵੀ ਅਜਿਹੇ ਨਾਮ ਰਸੀਏ ਗੁਰੂ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ, ਜਿਹੜਾ ਕਿ ਆਪ ਜਪੇ ਅਵਰਾ ਨਾਮ ਜਪਾਵੇ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਭਾਈ ਰਾਮਾ ਸਿੰਘ ਜੀ ਛੋਟੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਕੇ ਮਾਇਆ ਸ਼੍ਰੀ ਅਨੰਦਪੁਰ ਸਾਹਿਬ ਭੇਜ ਦਿੰਦੇ ਹਨ। ਸੋ ਭਾਈ ਰਾਮਾ ਸਿੰਘ ਜੀ ਵਧਾਈ ਦੇ ਪਾਤਰ ਹਨ ਅਤੇ ਖੁਸ਼ਕਿਸਮਤ ਵੀ, ਜਿਨ੍ਹਾਂ ਨੇ ਆਪਣੀ ਜੀਵਨ ਗਾਥਾ ਵਿੱਚ ਉਸ ਅਕਾਲ ਪੁਰਖ ਨਾਲ ਜੁੜਨ ਦੇ ਕਈ ਢੰਗ ਦੱਸੇ ਹਨ। ਸੋ ਸਾਨੂੰ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ। ਜੇਕਰ ਬੱਚੇ ਪੰਜਾਬੀ ਨਹੀਂ ਸਿੱਖਣਗੇ ਤਾਂ ਉਹ ਗੁਰਬਾਣੀ ਦਾ ਪਾਠ ਜਾਂ ਕੀਰਤਨ ਸ਼ੁੱਧ ਨਹੀਂ ਕਰ ਸਕਦੇ। ਸੰਗਤਾਂ ਦਾ ਦਾਸ ਕੇਸਰ ਸਿੰਘ ਮੰਡ, ਹੇਜ਼, ਮਿਡਲਸੈਕਸ, ਇੰਗਲੈਂਡ।